ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 91 ਦੇ ਉੱਪਰ ਸੁਭਾਏਮਾਨ ਸ਼ਬਦ ਜੋ ਕਿ ਕਬੀਰ ਜੀ ਦੁਆਰਾ ਉਚਾਰਨ ਕੀਤਾ ਇਹਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਗੁਰਬਾਣੀ ਦੀ ਵਿਚਾਰ ਸਾਡੇ ਲਈ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਗ੍ਰੰਥ ਆ ਜਿਹੜੇ ਇਤਿਹਾਸ ਦੇ ਨਾਮ ਤੇ ਸਾਡੇ ਸਿਰ ਥੋਪੇ ਗਏ ਆ। ਕੁਝ ਚਲਾਕ ਬੰਦਿਆਂ ਨੇ, ਵਿਪਰਵਾਦੀ ਲੋਕਾਂ ਨੇ ਸਾਨੂੰ ਰਲਗੜ ਕਰਨ ਦੇ ਲਈ ਉਹਨਾਂ ਨੇ ਇਹਨਾਂ ਗ੍ਰੰਥਾਂ ਦਾ ਪ੍ਰਚਾਰ ਕੀਤਾ, ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ, ਬਾਲੇ ਵਾਲੀ ਸਾਖੀ, ਹੋਰ ਕਈ ਜਨਮ ਸਾਖੀਆਂ। ਇਸੇ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 10ਵੀਂ। ਇਤਿਹਾਸ ਦੇ ਨਾਮ ਤੇ ਬਹੁਤ ਸਾਰਾ ਕੂੜ ਕਬਾੜ ਸਾਡੇ ਉੱਪਰ ਥੋਪਿਆ ਗਿਆ ਤੇ ਇਸੇ ਇਤਿਹਾਸ ਦੀ ਕਥਾ ਗੁਰਦੁਆਰਿਆਂ ਦੇ ਵਿੱਚ ਕੀਤੀ ਗਈ। ਇਤਿਹਾਸਕ ਗੁਰਦੁਆਰੇ ਜਿਹੜੇ ਸੀ, ਜਿਨ੍ਹਾਂ ਨੂੰ ਇਤਿਹਾਸਕ ਗੁਰਦੁਆਰੇ ਕਿਹਾ ਜਾਂਦਾ, ਜਿਨ੍ਹਾਂ ਦਾ ਪ੍ਰਬੰਧ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅੰਡਰ ਦੇ ਵਿੱਚ ਹੈ, ਉਹਨਾਂ ਸਾਰੇ ਥਾਵਾਂ 'ਤੇ ਇਹ ਇਤਿਹਾਸ ਦੀਆਂ ਕਥਾਵਾਂ ਕੀਤੀਆਂ ਗਈਆਂ ਅਤੇ ਬੜੇ ਲੰਮੇ ਟਾਈਮ ਤੋਂ ਇਸੇ ਇਤਿਹਾਸ ਨੂੰ ਕਹਿ ਕੇ, ਜਿਹੜਾ ਕਿ ਅਸਲ ਵਿੱਚ ਮਿਥਿਹਾਸ ਹੈ, ਇਹਦੀ ਵਿਚਾਰ ਕੀਤੀ ਗਈ। ਤਾਂ ਉਹ ਜਿਹੜਾ ਜਾਣ ਬੁੱਝ ਕੇ ਸਾਡੇ ਸਿਰ 'ਤੇ ਥੋਪਿਆ ਗਿਆ ਸੀ, ਅੱਜ ਸਿੱਖ ਉਸ ਇਤਿਹਾਸ ਵਰਗਾ ਦਿਖਣ ਲੱਗ ਪਿਆ। ਅਤੇ ਇਸ ਤਰ੍ਹਾਂ ਸਿੱਖ ਜਿਹੜਾ ਹੌਲੀ ਹੌਲੀ ਗੁਰਬਾਣੀ ਦੀ ਵਿਚਾਰ ਤੋਂ ਬਹੁਤ ਦੂਰ ਚਲੇ ਗਿਆ। ਉਸ ਤੋਂ ਬਾਅਦ ਜੇ ਗੱਲ ਕਰੀਏ, ਜੇ ਕਿਤੇ ਗੁਰਬਾਣੀ ਦੀ ਕਥਾ ਵਿਚਾਰ ਵੀ ਕੀਤੀ ਗਈ ਹੈ ਤਾਂ ਉਹਨਾਂ ਲੋਕਾਂ ਨੇ ਕੀਤੀ ਹੈ ਜਿਹੜੇ ਇਹਨਾਂ ਗ੍ਰੰਥਾਂ ਤੋਂ ਪ੍ਰਭਾਵਿਤ ਸੀ, ਜਿਹੜੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਬਹੁਤ ਮਹਾਨ ਗਿਣਦੇ ਸੀ, ਜਿਹੜੀਆਂ ਇਹਨਾਂ ਜਨਮ ਸਾਖੀਆਂ ਨੂੰ ਮਹਾਨ ਗਿਣਦੇ ਸੀ। ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਕਰਨੇ ਸ਼ੁਰੂ ਕੀਤੇ ਜਾਂ ਵਿਚਾਰ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਤਿਹਾਸ ਨੂੰ ਮੁੱਖ ਰੱਖ ਕੇ ਬਾਅਦ ਵਿੱਚ ਗੁਰਬਾਣੀ ਨਾਲ ਉਸ ਇਤਿਹਾਸ ਨੂੰ ਸਿੱਧ ਕਰਨ ਦਾ ਯਤਨ ਕੀਤਾ। ਜੇ ਆਪਾਂ ਦੇਖਦੇ ਹਾਂ, ਜਿੰਨਾ ਵੀ ਇਤਿਹਾਸ ਦੇ ਨਾਮ 'ਤੇ ਜਿਹੜੇ ਗ੍ਰੰਥ ਲਿਖੇ ਗਏ ਆ, ਇਹ 19ਵੀਂ ਸਦੀ ਦੇ ਵਿੱਚ ਤਕਰੀਬਨ, ਜਾਂ 18ਵੀਂ ਸਦੀ ਦੇ ਅੰਤ ਵਿੱਚ, ਜਾਂ 19ਵੀਂ ਸਦੀ ਦੇ ਵਿੱਚ ਇਹ ਲਿਖੇ ਗਏ ਆ। ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 1708 ਦੇ ਵਿੱਚ ਜੋਤੀ ਜੋਤ ਸਮਾ ਗਏ ਆ। ਉਸ ਤੋਂ ਬਾਅਦ ਲੰਮਾ ਸਮਾਂ ਕਿਸੇ ਨੇ ਵੀ ਇਤਿਹਾਸ ਦੀ ਗੱਲ ਨਹੀਂ ਕੀਤੀ, ਔਰ ਤਕਰੀਬਨ 100 ਸਾਲ ਬਾਅਦ ਜਾ ਕੇ ਇਹ ਫਿਰ ਇਤਿਹਾਸ ਲਿਖਿਆ ਗਿਆ ਅਤੇ ਉਹ ਸਾਡੇ ਸਿਰ 'ਤੇ ਮੜ੍ਹ ਦਿੱਤਾ ਅਤੇ ਉਸ ਇਤਿਹਾਸ ਨੂੰ ਸਿੱਧ ਕਰਨ ਲਈ ਗੁਰਬਾਣੀ ਦੀ ਵਰਤੋਂ ਕੀਤੀ। ਅਤੇ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਵਿਚਾਰ ਕੀਤੀ, ਉਹਨਾਂ ਨੇ ਇਤਿਹਾਸ ਮੁਤਾਬਕ ਹੀ ਕੀਤੀ। ਸੋ ਅੱਜ ਜਿਹੜੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ, ਉਹ ਕਬੀਰ ਜੀ ਦਾ ਸ਼ਬਦ ਆ। ਅਤੇ ਮੈਂ ਪਹਿਲਾਂ ਬੇਨਤੀ ਕਰਾਂ ਕਿ ਮੈਂ ਜਿਹੜੀ ਵਿਚਾਰ ਕਰਨੀ ਆ, ਇਹ ਹਿਸਟਰੀ ਨੂੰ ਮੁੱਖ ਰੱਖ ਕੇ ਨਹੀਂ ਕਰਨੀ ਅਤੇ ਨਾ ਹੀ ਗ੍ਰਾਮਰ ਨੂੰ ਮੁੱਖ ਰੱਖ ਕੇ ਇਹ ਵਿਚਾਰ ਕਰਨ ਦਾ ਮੇਰਾ ਮਨ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਿੱਥੇ ਹਿਸਟਰੀ ਬਹੁਤ ਗੰਧਲੀ ਹੈ, ਉੱਥੇ ਨਾਲ ਹੀ ਜਿਹੜੀ ਗ੍ਰਾਮਰ ਹੈ ਗੁਰਬਾਣੀ ਦੀ, ਉਹ ਵੀ ਸਾਨੂੰ ਕਿਤੇ ਨਾ ਕਿਤੇ ਬੰਦਿਸ਼ਾਂ ਦੇ ਵਿੱਚ ਬੰਨ੍ਹ ਕੇ ਰੱਖ ਲੈਂਦੀ ਹੈ। ਅਸੀਂ ਸ਼ਬਦਾਂ ਦੇ ਜਾਲ ਵਿੱਚ ਜਾਂ ਲਗਾ ਮਾਤਰਾ ਦੇ ਜਾਲ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਾਂ। ਅਤੇ ਇਸ ਕਰਕੇ ਆਪਾਂ ਜਿਹੜੀ ਵਿਚਾਰ ਆ, ਅੱਜ ਜਿੰਨਾ ਕੁ ਮੈਨੂੰ ਸਮਝ ਆਉਂਦੀ ਹੈ, ਅੱਜ ਦੇ ਯੁੱਗ ਦੇ ਮੁਤਾਬਕ, ਅੱਜ ਸਾਇੰਸ ਦੇ ਯੁੱਗ ਦੇ ਮੁਤਾਬਕ ਉਹਨੂੰ ਸਮਝਣ ਦਾ ਯਤਨ ਕਰੀਏ। ਹਕੀਕਤ ਦੇ ਅਸੀਂ ਜਿਵੇਂ ਜਿਵੇਂ ਨੇੜੇ ਜਾ ਰਹੇ ਹਾਂ, ਉਵੇਂ ਉਵੇਂ ਉਹਨੂੰ ਸਮਝਣ ਦਾ ਯਤਨ ਕਰੀਏ। ਇਸ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਨੇ 91 ਅੰਕ ਦੇ ਉੱਪਰ ਸੁਭਾਏਮਾਨ ਕੀਤਾ ਹੈ, ਪੰਨਾ ਨੰਬਰ 91 ਤੇ। ਅਤੇ ਇਸ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਏਕ ਓਂਕਾਰ ਸਤ ਗੁਰ ਪ੍ਰਸਾਦ, ਇਹਨੂੰ ਮੂਲ ਮੰਤਰ ਵੀ ਕਿਹਾ ਜਾਂਦਾ ਹੈ, ਮੰਗਲਾਚਰਨ ਵੀ ਕਿਹਾ ਜਾਂਦਾ ਹੈ। ਅਤੇ ਇਹਦਾ ਪੂਰਾ ਰੂਪ ਆ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਇਆ। ਅਤੇ ਸਭ ਤੋਂ ਪਹਿਲਾਂ ਇਹ ਜਿਹੜਾ ਹੈ, ਜਪਜੀ ਸਾਹਿਬ ਬਾਣੀ ਆਰੰਭ ਹੋਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਕਰਨ ਵੇਲੇ ਗੁਰੂ ਸਾਹਿਬ ਨੇ ਪੂਰੇ ਰੂਪ ਵਿੱਚ ਲਿਖਿਆ, ਜਿਹਨੂੰ ਆਪਾਂ ਕਹਿੰਦੇ ਹਾਂ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੁਣ ਇਹ ਪੂਰਾ ਆਇਆ ਅਤੇ ਉਦੋਂ ਬਾਅਦ ਇਹਦੇ 3 ਰੂਪ ਹੋਰ ਆਏ, ਜਿਹੜੇ ਇਹਨਾਂ ਨੂੰ ਸੰਖੇਪ ਕੀਤਾ। ਅਤੇ ਇਹਨੂੰ ਚਾਹੇ ਮੂਲ ਮੰਤਰ ਕਹੀਏ ਜਾਂ ਮੰਗਲਾਚਰਨ ਕਹੀਏ ਜਾਂ ਮੁੱਢਲੀ ਗੱਲ, ਮੁੱਢਲੀ ਸਿੱਖਿਆ ਕਹੀਏ। ਮੂਲ ਮੰਤਰ ਦਾ ਮਤਲਬ ਵੀ ਹੈ, ਮੰਤਰ ਦਾ ਮਤਲਬ ਇਹ ਪੰਡਤਾਂ ਵਾਲੇ ਮੰਤਰ ਦੀ ਗੱਲ ਨਹੀਂ ਆ। ਸਾਡੇ 2 ਤਰ੍ਹਾਂ ਦੀ ਮੰਤਰਾਂ ਦੀ ਗੱਲ ਆਉਂਦੀ ਹੈ। ਇੱਕ ਤਾਂ ਕਿਹਾ ਜਾਂਦਾ ਹੈ ਕਿ ਫਲਾਣੇ ਬਾਬੇ ਨੇ ਜਾਂ ਫਲਾਣੇ ਪੰਡਤ ਨੇ ਮੰਤਰ ਦਿੱਤਾ, ਉਸ ਮੰਤਰ ਦਾ ਮੈਂ ਵਾਰ-ਵਾਰ ਜਦੋਂ ਰਟਿਆ, ਉਹਨੂੰ ਜਪਿਆ ਜਾਂ ਉਸ ਮੰਤਰ ਨੂੰ ਘੋਲ ਕੇ ਪੀਤਾ ਅਤੇ ਫਿਰ ਉਹ ਮੰਤਰ ਦੀ ਸ਼ਕਤੀ ਨੇ ਮੇਰੇ ਉੱਪਰ ਅਸਰ ਕੀਤਾ। ਪਰ ਇੱਥੇ ਮੰਤਰ ਦਾ ਮਤਲਬ ਹੈ ਸਿੱਖਿਆ। ਜਿਵੇਂ ਆਮ ਤੌਰ 'ਤੇ ਅਸੀਂ ਇਹ ਵੀ ਸ਼ਬਦ ਕਹਿੰਦੇ ਹਾਂ ਕਿ ਤੈਨੂੰ ਫਲਾਣੇ ਨੇ ਕੀ ਮੰਤਰ ਪੜ੍ਹਾ ਦਿੱਤਾ, ਯਾਨੀ ਕਿਹੜੀ ਤੈਨੂੰ ਸਿੱਖਿਆ ਦੇ ਦਿੱਤੀ ਕਿ ਅੱਜ ਤੂੰ ਬਦਲ ਗਿਆ। ਇਸ ਤਰ੍ਹਾਂ ਮੰਤਰ ਦਾ ਮਤਲਬ ਹੈ ਸਿੱਖਿਆ।
ਤੇ ਮੂਲ ਦਾ ਮਤਲਬ ਆ ਮੁੱਢਲੀ, ਯਾਨੀ ਮੁੱਢਲੀ ਗੱਲ ਹੈ ਜਿਹੜੀ ਮੁੱਢਲੀ ਸਿੱਖਿਆ, ਜਿਹਨੂੰ ਸਮਝੇ ਤੋਂ ਬਿਨਾਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਨਹੀਂ ਸਮਝ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਮਿਥਿਹਾਸਕ ਗੱਲਾਂ ਆਈਆਂ ਨੇ ਜਿਨ੍ਹਾਂ ਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਹੁੰਦਾ, ਜਿਹੜੀਆਂ ਕਿ ਪੁਰਾਤਨ ਰਵਾਇਤਾਂ ਮੁਤਾਬਕ ਲੋਕ ਜਿਨ੍ਹਾਂ ਨੂੰ ਸੱਚ ਮੰਨਦੇ ਸੀ ਉਹਨਾਂ ਨੂੰ ਐਗਜ਼ਾਮਪਲ ਦੇ ਤੌਰ ਤੇ ਗੁਰੂ ਸਾਹਿਬ ਜੀ ਨੇ ਉੱਦਾਂ ਹੀ ਉਚਾਰਨ ਕੀਤਾ ਹੈ, ਪਰ ਹਕੀਕਤ ਵਿੱਚ ਉਹਨਾਂ ਦਾ ਸੱਚ ਨਾਲ ਸੰਬੰਧ ਨਹੀਂ ਹੈ। ਇਸ ਲਈ ਗੁਰੂ ਸਾਹਿਬ ਨੇ 33 ਵਾਰ ਜਿੱਥੇ ਪੂਰਾ ਮੂਲ ਮੰਤਰ ਜਾਂ ਮੰਗਲਾਚਰਨ ਜਿਹੜਾ ਇਹ ਲਿਖਿਆ, ਉਹਦੇ ਨਾਲ ਇਹਨੂੰ ਸੰਖੇਪ ਰੂਪਾਂ ਵਿੱਚ ਵੀ ਲਿਖਿਆ, ਜਿਹਦੇ ਵਿੱਚ ਸਭ ਤੋਂ ਛੋਟਾ ਰੂਪ ਅੱਜ ਜਿਹੜਾ ਆਪਣੇ ਸਾਹਮਣੇ ਹੈ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਹੁਣ ਅੱਗੇ ਗੱਲ ਆਉਂਦੀ ਹੈ ਜੀ ਇਹਦੇ ਉਚਾਰਨ ਦੀ। ਅਸੀਂ ਪੜ੍ਹਦੇ ਹਾਂ ਇੱਕ, ਇਹ ਆਪਾਂ ਨੂੰ ਲਿਖਿਆ ਦਿਖਦਾ ਏਕਾ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਜਿਹੜਾ ਏਕਾ ਲਿਖਿਆ ਜਿੰਨੇ ਹਿੰਦਸਿਆਂ ਦੇ ਵਿੱਚ ਉਹ ਏਕਾ ਲਿਖਿਆ ਹੁੰਦਾ, ਅਸੀਂ ਉੱਦਾਂ ਪੜ੍ਹਦੇ ਹਾਂ ਇੱਕ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਊੜਾ, ਊੜੇ ਦਾ ਮੂੰਹ ਆ ਖੁੱਲ੍ਹਾ ਤੇ ਅੱਗੇ ਇੱਕ ਲੰਮੀ ਡੰਡੀ ਲੱਗੀ ਹੋਈ ਆ, ਤੇ ਲੰਮੇ ਟਾਈਮ ਤੋਂ ਅਸੀਂ ਇਹਨੂੰ ਓੰਕਾਰ ਪੜ੍ਹ ਰਹੇ ਹਾਂ, ਇੱਕ ਓੰਕਾਰ। ਔਰ ਜਦੋਂ ਇਹ ਪੜ੍ਹਨ ਲੱਗੇ ਆ ਤੇ ਉਦੋਂ ਇਹ ਪਿੱਛੇ ਦੇ ਦੱਸਿਆ ਗਿਆ ਕਿ ਬ੍ਰਾਹਮਣ ਮਤ ਵਿੱਚ ਜਾਂ ਹਿੰਦੂ ਮਤ ਦੇ ਵਿੱਚ ਲਿਖਿਆ ਹੋਇਆ ਕਿ 3 ਦੇਵਤੇ ਆ ਜਿਹੜੇ ਉਹ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਪਾਲਣ ਵਾਲੇ ਤੇ ਪੈਦਾ ਕਰਨ ਵਾਲੇ, ਯਾਨੀ 3 ਸ਼ਕਤੀਆਂ ਕਹੀਆਂ ਗਈਆਂ। ਇੱਕ ਪੈਦਾ ਕਰਦਾ ਬ੍ਰਹਮਾ, ਇੱਕ ਪਾਲਣ ਵਾਲਾ ਹੈ ਤੇ ਇੱਕ ਖਤਮ ਕਰਨ ਵਾਲਾ ਸ਼ਿਵ ਹੈ। ਤੇ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ, ਜਿਹੜੀ ਪਹਿਲੀ ਵਿਚਾਰ ਆ ਮੈਂ ਉਹ ਦੱਸਣ ਲੱਗਿਆ ਕਿ ਗੁਰੂ ਨਾਨਕ ਸਾਹਿਬ ਨੇ ਇਹਦੇ ਅੱਗੇ ਏਕਾ ਲਾ ਕੇ ਕਹਿ ਦਿੱਤਾ ਕਿ ਭਾਈ ਉਹ ਤਿੰਨੇ ਇੱਕ ਤੋਂ ਹੀ ਸ਼ਕਤੀਆਂ ਆਉਂਦੀਆਂ ਜਾਂ ਤਿੰਨੇ ਇੱਕ ਤੋਂ ਦੇਵਤੇ ਪੈਦਾ ਕੀਤੇ। ਕੁਝ ਲੋਕ ਮੰਨਦੇ ਆ ਕਿ ਦੇਵਤਿਆਂ ਦੀਆਂ ਡਿਊਟੀਆਂ ਉਸ ਇੱਕ ਨੇ ਲਾਈਆਂ, ਤਾਈਆਂ ਗੁਰੂ ਨਾਨਕ ਨੇ ਏਕਾ ਲਾਇਆ। ਪਰ ਮੈਨੂੰ ਇੱਥੇ ਜਿਹੜਾ ਲੱਗਦਾ ਹੈ ਕਿ ਇਹਦਾ ਅਸੀਂ ਉਚਾਰਨ ਇੱਕ ਤੋਂ ਬਾਅਦ ਜਿਹੜਾ ਓੰਕਾਰ ਲਾਉਣ ਲੱਗੇ ਹਾਂ, ਓੰਕਾਰ, ਇਹ ਅਸੀਂ ਸਾਡੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਲਾਇਆ ਹੋਵੇਗਾ। ਮੈਨੂੰ ਲੱਗਦਾ ਕਿ ਇਹਦਾ ਉਚਾਰਨ ਸਿਰਫ ਇੱਕ ਓ, ਬਸ ਇੱਕ ਓ ਹੈ, ਇੱਕੋ, ਕਿਉਂਕਿ ਬਹੁਤ ਲੰਮੇ ਟਾਈਮ ਤੋਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਜਿਹੜੇ ਧਰਮ ਸੀ, ਬ੍ਰਾਹਮਣ ਸੀ ਜਾਂ ਮੁਸਲਮਾਨ ਸੀ, ਉਹ ਮੰਨਦੇ ਸੀ ਇੱਕ ਆ ਸੰਸਾਰ ਹੈ, ਇੱਕ ਆ ਕੁਦਰਤ ਹੈ ਤੇ ਇਸ ਕੁਦਰਤ ਤੋਂ ਇਲਾਵਾ ਇੱਕ ਦੂਜਾ ਕਰਤਾ ਹੈ, ਯਾਨੀ ਇੱਕ ਕਰਤਾ ਵੱਖਰਾ ਹੈ ਤੇ ਕੁਦਰਤ ਵੱਖਰੀ ਹੈ। ਰੱਬ ਕਿਸੇ ਵੱਖਰੇ ਥਾਂ ਤੇ ਬੈਠਾ, ਅੱਲਾ ਕਿਸੇ ਹੋਰ ਥਾਂ ਤੇ 7ਵੇਂ ਅਸਮਾਨ ਤੇ ਬੈਠਾ ਹੈ, ਜਿਹਦੇ ਕੋਲੋਂ ਅਸੀਂ ਆਏ ਹਾਂ ਤੇ ਜਿਹਦੇ ਕੋਲ ਅਸੀਂ ਵਾਪਸ ਜਾਣਾ ਹੈ, ਜਾਂ ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਨੇ ਸਾਨੂੰ ਖਤਮ ਕਰਨਾ ਹੈ। ਇਸ ਤਰ੍ਹਾਂ ਇੱਕ ਸੰਸਾਰ ਵੱਖਰਾ ਕਰ ਦਿੱਤਾ ਤੇ ਨਿਰੰਕਾਰ ਜਿਹੜਾ ਸੀ ਉਹ ਇਸ ਸੰਸਾਰ ਨਾਲੋਂ ਵੱਖ ਕਿਤੇ ਹੋਰ ਬਿਠਾ ਦਿੱਤਾ। ਇਹ 2 ਗੱਲਾਂ ਬਹੁਤ ਟਾਈਮ ਤੋਂ ਪਹਿਲਾਂ ਤੋਂ ਪ੍ਰਚਲਿਤ ਸੀ। ਲੋਕ ਉਸ ਵੇਲੇ ਵੀ ਅੱਲਾਹੂ ਅੱਲਾਹੂ ਜਪ ਰਹੇ ਸੀ, ਜਿਹਨੂੰ ਸਿਮਰਨ ਕਹਿੰਦੇ ਸੀ ਉਹ, ਜਾਂ ਰਾਮ 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 ਜਪਦੇ ਸੀ ਕਿ ਉਹ ਰਾਮ ਆ ਜਿਹੜਾ ਉਹਨੂੰ ਅਸੀਂ ਜਪਦੇ ਹਾਂ, ਉਹਨੂੰ ਜਪਣ ਦੇ ਨਾਲ ਉਹ ਖੁਸ਼ ਹੋਵੇਗਾ। ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਚੱਲ ਰਹੀਆਂ ਸੀ, ਪਰ ਮਨੌਤ ਇਹ ਸੀ ਕਿ ਰੱਬ ਜਿਹੜਾ ਇਸ ਕੁਦਰਤ ਤੋਂ ਵੱਖਰਾ ਕਿਤੇ ਹੋਰ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਿ ਲੋਕ ਜਿਹੜੇ ਆ ਉਸ ਰੱਬ ਨੂੰ ਮਿਲਣ ਦੇ ਲਈ, ਜਿਹੜਾ ਰੱਬ ਕਿਤੇ ਇਸ ਦੁਨੀਆ ਨਾਲੋਂ ਵੱਖਰਾ ਹੈ, ਉਹਨੂੰ ਮਿਲਣ ਦੇ ਲਈ ਬਹੁਤ ਸਾਰੇ ਜਿਹੜੇ ਧਰਮ ਦੇ ਨਾਂ 'ਤੇ ਜਿਨ੍ਹਾਂ ਨੇ ਧੰਦੇ ਖੜੇ ਕੀਤੇ ਆ, ਉਹਨਾਂ ਲੋਕਾਂ ਦੇ ਚੁੰਗਲ ਵਿੱਚ ਫਸ ਰਹੇ ਆ। ਬਹੁਤ ਸਾਰੇ ਬ੍ਰਾਹਮਣ ਜਿਹੜੇ ਆ ਉਹ ਰੱਬ ਦੇ ਨਾਂ 'ਤੇ ਠੱਗੀਆਂ ਮਾਰ ਰਹੇ ਆ, ਰੱਬ ਦੇ ਨਾਂ 'ਤੇ, ਰਾਮ ਦੇ ਨਾਂ 'ਤੇ, ਅੱਲਾ ਦੇ ਨਾਮ 'ਤੇ ਜਿਹੜੇ ਆ ਲੋਕਾਂ ਨੂੰ ਗੁੰਮਰਾਹ ਕਰਕੇ ਇੱਥੇ ਉਹਨਾਂ ਦਾ ਸ਼ੋਸ਼ਣ ਕਰਦੇ ਆ। ਲੇਕਿਨ ਹਕੀਕਤ ਵਿੱਚ ਐਸੀ ਕੋਈ ਚੀਜ਼ ਨਹੀਂ, ਇਹਨਾਂ ਨੇ ਆਪਣੀ ਕਲਪਨਾ ਦੇ ਨਾਲ ਜਿਹੜਾ ਉਹ ਰੱਬ ਦੀ ਗੱਲ ਕੀਤੀ ਹੈ। ਪਰ ਮੈਂ ਵੀਡੀਓ ਲੰਮੀ ਨਾ ਹੋਵੇ ਇਸ ਕਰਕੇ ਇਹਨੂੰ ਇੱਥੇ ਹੀ ਸੰਕੋਚਾਂਗਾ, ਕਿਉਂਕਿ ਇੱਕ ਮੇਰੀ ਹੋਰ ਵੀਡੀਓ ਆ ਜਿਹੜੀ ਕਿ ਕੇਵਲ ਰੱਬ ਦੇ ਨਾਮ 'ਤੇ ਆ, ਇੱਕ ਓੰਕਾਰ ਜਾਂ ਪਰਮਾਤਮਾ ਦੀ ਹੋਂਦ ਦੇ ਬਾਰੇ ਆ। ਉਹਦੇ ਵਿੱਚ ਤੁਸੀਂ ਸਾਰੀ ਜਿਹੜੀ ਗੱਲ ਆ ਇਹ ਸੁਣ ਸਕਦੇ ਹੋ, ਲੰਮਾ ਉਹਦੇ ਵਿੱਚ ਮੈਂ ਗੱਲ ਕੀਤੀ ਆ। ਸੋ ਇੱਥੇ ਮੈਂ ਸਿਰਫ ਇੰਨੀ ਕਹਿਣਾ ਚਾਹੁੰਦਾ, ਇੱਕ ਓੰਕਾਰ ਨਹੀਂ, ਇੱਕ ਉਹ, ਯਾਨੀ ਇੱਕੋ ਹੀ ਹੈ ਸੰਸਾਰ ਤੇ ਨਿਰੰਕਾਰ, ਇੱਕ ਹੀ ਹੈ, ਇਸ ਤੋਂ ਵੱਖ ਕਿਤੇ ਹੋਰ ਕੋਈ ਦੂਜਾ ਰੱਬ ਨਹੀਂ ਜਿਹੜਾ ਤੁਹਾਡੇ 'ਤੇ ਕਿਰਪਾ ਕਰੂਗਾ, ਜਿਹੜਾ ਤੁਹਾਨੂੰ ਪੈਦਾ ਕਰਕੇ ਬਾਅਦ 'ਚ ਵੱਖ ਹੋ ਕੇ ਬਹਿ ਜਾਂਦਾ ਤੇ ਫਿਰ ਤੁਸੀਂ ਉਹਨੂੰ ਮਿਲਣਾ ਜਾ ਕੇ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਵੇਂ ਆਮ ਸਾਰੇ ਜਾਨਵਰ
ਆਮ ਸਾਰੇ ਜੀਵ ਪੈਦਾ ਹੁੰਦੇ ਆ, ਇੱਦਾਂ ਹੀ ਬੰਦਾ ਉਹਨਾਂ ਜੀਵਾਂ ਵਿੱਚ ਇੱਕ ਜੀਵ ਹੈ ਜਿਹੜਾ ਇਹ ਵੀ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀ ਵੀ ਰੱਬ ਦੀ ਗੱਲ ਹੈ, ਨਰਕ ਸਵਰਗ ਦੀ ਗੱਲ ਹੈ, ਜਾਂ ਜਿੱਦਾਂ ਦੀ ਵੀ ਅਧਿਆਤਮਕ ਦੁਨੀਆ ਕਿਸੇ ਇਸ ਸੰਸਾਰ ਤੋਂ ਵੱਖਰੀ ਬਣਾਈ ਗਈ ਆ, ਉਹ ਬੰਦੇ ਦੀ ਕਲਪਨਾ ਦੇ ਨਾਲ ਬਣੀ ਹੈ, ਉਹ ਮਨੁੱਖ ਨੇ ਆਪ ਬਣਾਈ ਹੈ। ਇਹਨੇ ਆਪ ਕਿਤੇ ਇੱਕ ਵੱਖਰਾ ਰੱਬ ਪੈਦਾ ਕੀਤਾ ਹੋਇਆ ਜਿਹਦੇ ਤਾਈਂ ਇਹ ਕਦੇ ਬੇਨਤੀਆਂ ਕਰਦਾ, ਅਰਦਾਸਾਂ ਕਰਦਾ ਹੈ, ਜਿਹਨੂੰ ਖੁਸ਼ ਕਰਨ ਦੇ ਲਈ ਉਹਦੀ ਸਿਫਤ ਸਲਾਹ, ਉਹਦੇ ਨਾਮ ਜਪਣ ਦੀਆਂ ਵਿਧੀਆਂ ਬਣਾ ਕੇ ਲੋਕਾਂ ਦੇ ਸਾਹਮਣੇ ਰੱਖਦਾ। ਸੋ ਸਾਡੇ ਵਾਲੇ ਜਿਹੜੇ ਲੋਕ ਸੀ, ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮਾਂ ਬਾਅਦ ਉਹ ਵੀ ਗੁੰਮਰਾਹ ਹੋ ਗਏ ਅਤੇ ਉਹਨਾਂ ਚੀਜ਼ਾਂ ਦਾ ਹੀ ਪ੍ਰਚਾਰ ਕਰਨ ਲੱਗ ਪਏ ਜਿਹੜੇ ਬ੍ਰਾਹਮਣਵਾਦ ਤੋਂ ਸਿੱਖ ਕੇ ਆਏ ਹੋਏ ਮਹੰਤ ਸੀ। ਉਹਨਾਂ ਨੇ ਕਾਸ਼ੀ ਦੇ ਵਿੱਚ ਪੰਡਤਾਂ ਕੋਲੋਂ ਸਿੱਖਿਆ ਲੈ ਕੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਹੈ ਲੰਮਾ ਸਮਾਂ ਉਹ ਰਿਹਾ ਜਦੋਂ ਜਿਹੜੇ ਆਮ ਸਿੱਖ ਸੀ ਉਹਨਾਂ ਦੇ ਉੱਪਰ ਮੁਸ਼ਕਲਾਂ ਆਈਆਂ ਹੋਈਆਂ ਸੀ, ਉਹਨਾਂ ਦੇ ਘਰ ਘਾਟ ਉਜਾੜ ਦਿੱਤੇ ਗਏ ਸੀ, ਉਹ ਪੰਜਾਬ 'ਚੋਂ ਵੀ ਬਾਹਰ ਚਲੇ ਗਏ ਸੀ, ਉਹਨਾਂ ਨੂੰ ਕਿਤੇ ਵੀ ਇਹ ਮੌਕਾ ਨਹੀਂ ਮਿਲਿਆ ਅਤੇ ਉਹਨਾਂ ਦੀ ਥਾਂ 'ਤੇ ਜਿਹੜੇ ਮਹੰਤ ਬਿਰਤੀ ਦੇ ਲੋਕ ਸੀ, ਜਿਹੜੇ ਬ੍ਰਾਹਮਣਵਾਦ ਸੀ, ਉਹ ਸਾਰੇ ਦੇ ਸਾਰੇ ਬ੍ਰਾਹਮਣ ਜਿਹੜੇ ਆ ਉਹ ਗੁਰਦੁਆਰਿਆਂ ਦੇ ਵਿੱਚ ਆ ਕੇ ਬੈਠ ਕੇ ਗੁਰਬਾਣੀ ਦੀ ਕਥਾ ਦੇ ਨਾਮ 'ਤੇ ਬਹੁਤ ਸਾਰਾ ਬ੍ਰਾਹਮਣਵਾਦ ਉਹ ਲੋਕਾਂ ਦੇ ਵਿੱਚ ਫੈਲਾਉਣ ਲੱਗ ਪਏ ਅਤੇ ਗੁਰਦੁਆਰਿਆਂ ਦਾ ਢਾਂਚਾ ਇਸ ਤਰ੍ਹਾਂ ਖੜ੍ਹਾ ਕਰ ਦਿੱਤਾ ਗਿਆ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵੇਲੇ। ਖੈਰ ਗੱਲ ਆਪਾਂ ਅੱਗੇ ਰੱਖੀਏ। ਇੱਕ ਓਅੰਕਾਰ ਯਾਨੀ ਇੱਕ ਓਅੰਕਾਰ ਮੁੱਖ 'ਤੇ ਸਾਡੇ ਚੜ੍ਹਿਆ ਹੋਇਆ ਸੀ, ਇਹਨੂੰ ਜੇ ਓਂਕਾਰ ਉਚਾਰ ਦਿੰਦੇ ਹਾਂ ਤਾਂ ਕੋਈ ਵੱਡੀ ਗੱਲ ਨਹੀਂ, ਪਰ ਇਹਦਾ ਸਮਝਣਾ ਸਾਡੇ ਲਈ ਜ਼ਰੂਰੀ ਹੈ ਕਿ ਇੱਕ ਪਰਮਾਤਮਾ ਜਿਹਨੂੰ ਕਿਹਾ ਜਾਂਦਾ ਉਹ ਇੱਕੋ ਹੀ ਹੈ। ਪਰਮਾਤਮਾ ਦਾ ਮਤਲਬ ਇੱਕੋ ਪਰਮਾਤਮਾ ਨਹੀਂ ਹੈ, ਸੰਸਾਰ ਅਤੇ ਨਿਰੰਕਾਰ ਇੱਕੋ ਹੀ ਹੈ, ਇਹਦੇ ਤੋਂ ਵੱਖ ਕੋਈ ਪਰਮਾਤਮਾ ਨਹੀਂ ਹੈ। ਪਰਮਾਤਮਾ ਜਿਹਨੂੰ ਕੋਈ ਪਰਮਾਤਮਾ ਕਵੇ, ਕੋਈ ਅੱਲਾ ਕਵੇ, ਕੋਈ ਰਾਮ ਕਵੇ, ਪਰ ਮੈਂ ਇੱਥੇ ਉਹਨੂੰ ਪਰਮਾਤਮਾ ਵੀ ਨਹੀਂ ਕਹਾਂਗਾ, ਮੈਂ ਇੱਥੇ ਇਹਨੂੰ ਕਹਾਂਗਾ ਇੱਕ ਐਨਰਜੀ ਆ, ਇੱਕ ਪਾਵਰ ਆ। ਉਹ ਪਾਵਰ ਜਿਹੜੀ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਆਕਾਰ ਨਹੀਂ ਹੈ, ਜਿਹਨੂੰ ਗੁਰੂ ਸਾਹਿਬ ਅਜੂਨੀ ਕਹਿ ਰਹੇ ਆ, ਜਿਹਨੂੰ ਨਿਰਭਉ ਅਤੇ ਨਿਰਵੈਰ ਕਹਿ ਰਹੇ ਆ, ਜਿਹਦਾ ਕੋਈ ਆਪਣਾ ਅਤੇ ਪਰਾਇਆ ਨਹੀਂ ਹੈ, ਜਿਹਨੂੰ ਮਾਪਿਆ ਤੋਲਿਆ ਨਹੀਂ ਜਾ ਸਕਦਾ, ਜਿਹੜਾ ਬੇਅੰਤ ਆ। ਉਹ ਪਾਵਰ ਐਨਰਜੀ ਹੈ ਜਿਹੜੀ ਕਿ ਸਾਰੇ ਕੁਦਰਤ ਦੇ ਵਿੱਚ, ਹੁਣ ਕੁਦਰਤ ਦਾ ਵੀ ਕਿਤੇ ਅੰਤ ਨਹੀਂ ਆ। ਜੇ ਦੇਖੀਏ ਤਾਂ ਬਹੁਤ ਸਾਰੇ ਤਾਰੇ ਜਿਹੜੇ ਆ ਉਹ ਆਕਾਸ਼ ਦੇ ਵਿੱਚ ਹੈਗੇ ਆ, ਅਤੇ ਉਹਨਾਂ ਆਕਾਸ਼ ਦੇ ਤਾਰਿਆਂ ਵਿੱਚੋਂ ਇੱਕ ਸੂਰਜ ਵੀ ਇੱਕ ਤਾਰਾ ਹੈ। ਇਸ ਸੂਰਜ ਨਾਲੋਂ ਵੱਡੇ ਵੱਡੇ ਤਾਰੇ ਵੀ ਹੋਰ ਹੈਗੇ। ਅੱਜ ਸਾਇੰਸ ਦੀਆਂ ਖੋਜਾਂ ਸਾਡੇ ਸਾਹਮਣੇ ਦੱਸਦੀਆਂ। ਬਹੁਤ ਲੰਮਾ ਵਿਸ਼ਾ ਹੈ, ਜੇ 'ਤੇ ਗੱਲ ਕਰੀਏ ਤਾਂ ਆਪਾਂ ਅੱਜ ਗੱਲ ਕਰਦੇ ਹਾਂ ਜੀ ਇੱਕ ਉਹ ਯਾਨੀ ਇੱਕੋ ਹੀ ਹੈ ਜਿਹੜਾ ਸਦੀਵੀ ਹੈ, ਯਾਨੀ ਉਹ ਪਾਵਰ, ਉਹ ਐਨਰਜੀ ਆ ਜਿਹੜੀ ਕਦੇ ਵੀ ਮਰਦੀ ਨਹੀਂ, ਸੱਤ ਹੈ, ਸਦਾ ਹੈ। ਅਸੀਂ ਗੁਰ ਲੈਣਾ, ਸਿੱਖਿਆ ਲੈਣੀ ਹੈ, ਗਿਆਨ ਲੈਣਾ, ਪ੍ਰਸਾਦ, ਇਹ ਗਿਆਨ ਹੀ ਸਾਡੇ ਲਈ ਪ੍ਰਸਾਦ ਹੈ। ਫਿਰ ਦੁਹਰਾਦੇ ਹਾਂ, ਜੇ ਗੁਰ ਸ਼ਬਦ ਦਾ ਅਰਥ ਹੈ ਗਿਆਨ, ਅਕਲ, ਸਮਝ, ਸਿੱਖਿਆ। ਪ੍ਰਸਾਦ ਕੀ ਹੈ? ਕਿਰਪਾ ਕੀ ਹੈ? ਗਿਆਨ ਦੀ, ਯਾਨੀ ਗਿਆਨ ਦੀ ਕਿਰਪਾ ਦੇ ਨਾਲ ਹੀ, ਗਿਆਨ ਦੇ ਨਾਲ ਹੀ, ਸਮਝ ਦੇ ਨਾਲ ਹੀ ਅਸੀਂ ਉਹਦੀ ਹੋਂਦ ਨੂੰ ਅਤੇ ਇਸ ਸਿਸਟਮ ਨੂੰ ਸਮਝ ਸਕਦੇ ਹਾਂ। ਅਕਲ ਵਾਲੇ ਬਣੀਏ, ਸਮਝ ਵਾਲੇ ਬਣੀਏ, ਗਿਆਨ ਸਾਨੂੰ ਮਿਲੇ, ਉਹ ਗਿਆਨ ਅਸੀਂ ਧਾਰਨ ਕਰੀਏ। ਗਿਆਨ ਹੀ ਗੁਰੂ ਹੈ, ਕਿਉਂਕਿ ਗੁਰੂ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਅੱਗੇ ਸਬਜੈਕਟ ਇੱਕ ਵੱਖਰਾ ਹੋ ਜਾਣਾ। ਗੁਰੂ ਕੋਈ ਸਰੀਰ ਨਹੀਂ, ਗੁਰੂ ਕੋਈ ਪੱਥਰ ਨਹੀਂ, ਗੁਰੂ ਕੋਈ ਇਨਸਾਨ ਨਹੀਂ, ਅਤੇ ਗੁਰੂ ਕੋਈ ਗ੍ਰੰਥ ਵੀ ਨਹੀਂ। ਯਾਨੀ ਗ੍ਰੰਥ ਜਿਹੜਾ ਹੈ ਉਹ ਇੱਕ ਜ਼ਰੀਆ ਹੈ ਗਿਆਨ ਦਾ, ਕਿਉਂਕਿ ਗ੍ਰੰਥ ਦੇ ਰਾਹੀਂ ਸਾਨੂੰ ਬਾਣੀ ਲਿਖੀ ਹੋਈ ਮਿਲਦੀ ਆ। ਬਾਣੀ ਗੁਰੂ ਹੈ, ਬਾਣੀ ਕਿਹਾ ਗਿਆ, ਸ਼ਬਦ ਗੁਰੂ ਸੁਰ ਧੁਨ ਚੇਲਾ ਗਿਆ, ਇਹ ਵੱਖਰਾ ਸਬਜੈਕਟ ਹੈ ਇੱਕ। ਯਾਨੀ ਗਿਆਨ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਮਝ ਆਉਣੀ ਹੈ ਸਾਨੂੰ ਕਿ ਜਿਹੜਾ ਸਦੀਵੀ ਹੋਂਦ ਵਾਲਾ ਉਹ ਪਾਵਰ ਐਨਰਜੀ ਆ, ਉਹ ਇੱਕ ਨਿਯਮ ਦੇ ਤਹਿਤ, ਇੱਕ ਰੂਲ ਦੇ ਤਹਿਤ, ਕੁਦਰਤੀ ਰੂਲ ਦੇ ਤਹਿਤ ਉਹ ਇਹ ਸਾਰੇ ਸੰਸਾਰ ਨੂੰ, ਕੁਦਰਤ ਨੂੰ ਚਲਾ ਰਹੀ ਹੈ ਜਾਂ ਚੱਲ ਰਿਹਾ ਹੈ। ਇੱਕ ਨਿਯਮ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ, ਉਹ ਨਿਯਮ ਹੀ ਇਹਨੂੰ ਚਲਾਉਣ ਵਾਲਾ। ਗੁਰਬਾਣੀ ਦੇ ਵਿੱਚ ਬਹੁਤ ਵਾਰ ਉਸ ਨਿਯਮ ਨੂੰ ਹੀ ਹੁਕਮ ਕਿਹਾ ਹੈ। ਉਸ ਪਾਵਰ ਐਨਰਜੀ ਦਾ ਇੱਕ ਨਿਯਮ ਹੈ, ਉਹ ਪਾਵਰ ਐਨਰਜੀ ਵੀ ਇੱਕ ਨਿਯਮ ਦੇ ਵਿੱਚ ਹੈ ਅਤੇ ਉਸ ਐਨਰਜੀ ਨਾਲ ਹੀ ਬਣਿਆ ਹੋਇਆ ਨਿਯਮ ਹੈ। ਇਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਓਤ ਪੋਤ ਹੀ ਹੈ, ਦੂਰ ਨਹੀਂ ਹੈ। ਕੁਦਰਤ ਅਤੇ ਕਾਦਰ ਵੱਖ ਨਹੀਂ ਹੈ। ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਇਸ ਕਰਕੇ ਇਹ ਇੱਕੋ ਹੀ ਹੈ।
ਤੇ ਉਹਦੀ ਹੋਂਦ ਜਿਹੜੀ ਆ ਉਹ ਸਦੀਵੀ ਹੈ। ਇਹ ਸਾਨੂੰ ਸਮਝ ਆਉਣੀ ਹੈ ਗਿਆਨ ਦੇ ਨਾਲ, ਅਕਲ ਦੇ ਨਾਲ। ਸ੍ਰੀ ਰਾਗ ਕਬੀਰ ਜੀਓ ਕਾ, ਅੱਗੇ ਲਿਖਿਆ ਕਿ ਸ੍ਰੀ ਰਾਗ ਦਾ ਨਾਮ ਹੈ ਤੇ ਕਬੀਰ ਜੀਓ ਕਾ, ਕਬੀਰ ਜੀ ਨੂੰ ਸਤਿਕਾਰ ਦੇ ਸ਼ਬਦ ਵਰਤਿਆ ਗੁਰੂ ਸਾਹਿਬ ਨੇ। ਕਬੀਰ ਜੀਓ ਕਾ ਯਾਨੀ ਉਹਨਾਂ ਦਾ ਸ਼ਬਦ ਹੈ। ਏਕ ਸੁਆਨ ਕੈ ਘਰ ਗਾਵਣਾ, ਇਹ ਧੁਨੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ ਜਾਂ ਘਰਾਂ ਦੇ ਵਿੱਚ ਗੱਲ ਕੀਤੀ ਗਈ ਹੈ, ਕਿਉਂਕਿ ਗੁਰਬਾਣੀ ਇੱਕ ਕਾਵ ਭਾਸ਼ਾ ਹੈ, ਕਾਵ ਰਚਨਾ ਹੈ। ਤੇ ਕਾਵ ਰਚਨਾ ਨੂੰ ਜਿਸ ਤਰੀਕੇ ਨਾਲ ਗਾਉਣਾ ਹੈ ਜਾਂ ਗਾਇਆ ਜਾਂਦਾ ਹੈ, ਉਹਦੇ ਹਿੰਟ ਗੁਰੂ ਸਾਹਿਬ ਨੇ ਉੱਤੇ ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਦਿੱਤੇ ਹੈ ਕਿ ਇਸ ਤਰੀਕੇ ਨਾਲ ਇਹਦੇ ਘਰ 'ਚ ਗਾਉਣਾ ਹੈ। ਘਰ ਦਾ ਸੰਬੰਧ ਜਿਹੜਾ ਤਾਲ ਅਤੇ ਸਵਰ ਦੇ ਨਾਲ ਹੁੰਦਾ ਹੈ। ਉਹ ਜਿਹੜੇ ਗਾਉਂਦੇ ਹੈ ਉਹਨਾਂ ਨੂੰ ਜ਼ਿਆਦਾ ਇਸ ਚੀਜ਼ ਦਾ ਪਤਾ ਹੈ। ਵੈਸੇ ਘਰ ਦਾ ਹਜੇ ਤੱਕ ਕੋਈ ਪਤਾ ਨਹੀਂ, ਕੋਈ ਤਾਲ ਦੇ ਨਾਲ ਜੋੜਦਾ ਤੇ ਕੋਈ ਸਵਰ ਦੇ ਨਾਲ ਜੋੜਦਾ। ਆਪਾਂ ਇਸ ਵਿਸ਼ੇ ਵਿੱਚ ਨਹੀਂ ਪੈਣਾ, ਆਪਾਂ ਅੱਗੇ ਵਿਚਾਰ ਤੱਕ ਪਹੁੰਚਣਾ। ਏਕ ਸੁਆਨ ਕਹਿ ਘਰ, ਏਕ ਸੁਆਨ ਦਾ ਇੱਦਾਂ ਵੀ ਮੰਨਿਆ ਜਾਂਦਾ ਕਿ ਪੰਨਾ ਨੰਬਰ 24 ਦੇ ਉੱਪਰ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਤੇ ਉਹ ਸ਼ਬਦ ਦੇ ਵਿੱਚ ਸ਼ਬਦ ਵਰਤਿਆ ਗਿਆ ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਂਕੈ ਬਹੁ ਪਿਆਲ। ਉਹ ਜਿਹੜਾ ਸ਼ਬਦ ਹੈ ਉਹ ਚੌਥੇ ਘਰ 'ਚ ਗਾਇਆ ਗਿਆ। ਇੱਦਾਂ ਕਰਕੇ ਉਸ ਘਰ ਵਿੱਚ ਗਾਉਣ ਦੀ ਹਦਾਇਤ ਹੈ ਇੱਦਾਂ। ਪਰ ਇਸ ਵਿਸ਼ੇ ਦੇ ਵਿੱਚ ਪੈਣ ਦੀ ਜਗ੍ਹਾ 'ਤੇ ਆਪਾਂ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ। ਕਹਿਤ ਕਬੀਰ ਛੋੜ ਬਿਖਿਆ ਰਸ, ਇਤ ਸੰਗਤ ਨਿਹਚੋ ਮਰਣਾ। ਰਮਈਆ ਜਪੋ ਪ੍ਰਾਣੀ, ਅਨਤ ਜੀਵਨ ਬਾਣੀ। ਇਨ ਬਿਦ ਭਵ ਸਾਗਰ ਤਰਨਾ। ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਰਹਾਉ ਦੂਜਾ। ਗੁਰਬਾਣੀ ਦੇ ਵਿੱਚ ਅਕਸਰ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਰਹਾਉ ਦਾ ਬੰਦ ਹੋਵੇ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਯਾਨੀ ਉਹਦੇ ਆਲੇ ਦੁਆਲੇ ਦੂਜੇ ਪਦੇ ਜਿਹੜੇ ਆ ਉਹ ਘੁੰਮਦੇ ਆ, ਉਹ ਦੂਜੀਆਂ ਉਦਾਹਰਨਾਂ ਘੁੰਮਦੀਆਂ। ਪਰ ਬਹੁਤ ਸਾਰੇ ਸ਼ਬਦਾਂ ਵਿੱਚ ਇੱਕ ਰਹਾਉ ਤੋਂ ਵੱਧ ਰਹਾਉ ਵੀ ਹੈ। ਇਸੇ ਤਰ੍ਹਾਂ ਇਸ ਸ਼ਬਦ ਦੇ ਵਿੱਚ ਦੋ ਰਹਾਉ ਹੈ, ਰਹਾਉ ਦੀਆਂ ਪੰਕਤੀਆਂ ਯਾਨੀ ਦੋ ਹੈ। ਰਹਾਉ ਦੇ ਅਰਥ ਕੀਤੇ ਗਏ ਠਹਿਰਾਓ, ਖੜੋ, ਰੁਕੋ, ਵਿਚਾਰੋ। ਹੁਣ ਇੱਥੇ ਦੋ ਜਦੋਂ ਆਉਂਦੇ ਆ ਉਦੋਂ ਬਹੁਤ ਵਾਰ ਇਹ ਹੁੰਦਾ ਕਿ ਪਹਿਲੇ 'ਚ ਸਵਾਲ ਤੇ ਦੂਜੇ 'ਚ ਜਵਾਬ ਹੁੰਦਾ। ਤੇ ਇਸੇ ਤਰ੍ਹਾਂ ਇੱਥੇ ਦੋ ਰਹਾਉ ਦੇ ਵਿੱਚ ਇੱਕ ਜਗ੍ਹਾ 'ਤੇ ਭਰਮ ਦੇ ਵਿੱਚ ਪੈਣ ਦੀ ਗੱਲ ਕੀਤੀ ਗਈ ਹੈ ਤੇ ਅਗਲੇ ਦੇ ਵਿੱਚ ਦੂਜੀ ਕੰਡੀਸ਼ਨ ਦੱਸੀ ਗਈ ਹੈ। ਯਾਨੀ ਇਨਸਾਨ ਦੇ ਵਿੱਚ ਦੋ ਬਿਰਤੀਆਂ ਨੇ, ਜਿਹਨੂੰ ਇੱਕ ਚੰਗਿਆਈ ਤੇ ਇੱਕ ਬੁਰਾਈ ਕਿਹਾ ਜਾਂਦਾ ਹੈ। ਇਹ ਚੰਗਿਆਈ ਤੇ ਬੁਰਾਈ, ਬੁਰਾ ਤੇ ਭਲਾ, ਇਹ ਇਨਸਾਨ ਦੇ ਵਿੱਚ ਹੈ। ਪਸ਼ੂ ਦੇ ਵਿੱਚ ਬੁਰੇ ਤੇ ਭਲੇ ਦੀ ਕੋਈ ਗੱਲ ਨਹੀਂ ਹੈ। ਬੁਰਾਈ ਕੀ ਹੈ ਤੇ ਭਲਾਈ ਕੀ ਹੈ, ਇਹ ਸਿਰਫ ਇਨਸਾਨ ਨੂੰ, ਇਸ ਬੰਦੇ ਨੂੰ ਪਤਾ ਹੈ। ਹੋਰ ਦੁਨੀਆ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਬੁਰਾ ਕੀ ਹੈ ਤੇ ਭਲਾ ਕੀ ਹੈ। ਕਿ ਜਿਹੜੀ ਚੀਜ਼ ਬੰਦੇ ਨੇ ਬਣਾਈ ਆ ਉਹਨੂੰ ਕੇਵਲ ਬੰਦਾ, ਇਨਸਾਨ, ਮਨੁੱਖ ਹੀ ਵਰਤਦਾ ਹੈ। ਜੋ ਵਸਤੂ ਜਾਂ ਜੋ ਵੀ ਚੀਜ਼ ਇਸ ਕੁਦਰਤ ਵਿੱਚ ਸਾਨੂੰ ਦਿਖਦੀ ਹੈ ਜਿਹੜੀ ਇਨਸਾਨ ਨੇ ਨਹੀਂ ਬਣਾਈ, ਜਿਹੜੀ ਆਪੇ ਆਪ ਬਣੀ ਹੈ ਜਾਂ ਕੁਦਰਤੀ ਤੌਰ 'ਤੇ ਜਿਹੜੀ ਬਣੀ ਹੈ, ਉਹਨੂੰ ਕੇਵਲ ਇਨਸਾਨ ਨਹੀਂ ਵਰਤਦਾ, ਉਹਨੂੰ ਹਰ ਇੱਕ ਜੀਵ ਕਰੀਬਨ ਵਰਤਦਾ ਹੈ। ਯਾਨੀ ਇਕੱਲੇ ਇਨਸਾਨ ਦੇ ਕਬਜ਼ੇ ਵਿੱਚ ਨਹੀਂ ਹੈ। ਜੋ ਚੀਜ਼ ਇਨਸਾਨ ਨੇ ਬਣਾਈ ਆ ਉਹ ਇਨਸਾਨ ਦੇ ਕਬਜ਼ੇ ਵਿੱਚ ਹੈ ਤੇ ਉਹਨੂੰ ਕੇਵਲ ਇਨਸਾਨ ਹੀ ਯੂਜ਼ ਕਰਦਾ ਹੈ। ਇੱਥੋਂ ਇੱਕ ਗੱਲ ਹੋਰ ਸਮਝੀਏ ਕਿ ਜੋ ਚੀਜ਼ ਕੇਵਲ ਇਨਸਾਨ ਵਰਤਦਾ ਹੈ, ਸਮਝ ਲੈਣਾ ਉਹ ਇਨਸਾਨ ਨੇ ਬਣਾਈ ਹੈ। ਜਿਹੜੀ ਚੀਜ਼ ਨੂੰ ਕੇਵਲ ਇਨਸਾਨ ਨਹੀਂ ਵਰਤਦਾ, ਹੋਰ ਜੀਵ ਵੀ ਵਰਤਦੇ ਆਪਣੀ ਮਰਜ਼ੀ ਨਾਲ ਜਾਂ ਹੋਰਾਂ ਲਈ ਵੀ ਹੈ, ਹੋਰ ਕੁਦਰਤ ਦੇ ਵਿੱਚ ਬੇਅੰਤ ਥਾਵਾਂ 'ਤੇ ਹੈ, ਉਹਨੂੰ ਇਨਸਾਨ ਨੇ ਨਹੀਂ ਬਣਾਇਆ। ਫਿਰ ਦੁਬਾਰਾ ਕਹਿ ਦਿਆਂ, ਜੋ ਚੀਜ਼ ਇਨਸਾਨ ਨੇ ਬਣਾਈ ਆ ਉਹਨੂੰ ਕੇਵਲ ਇਨਸਾਨ ਵਰਤਦਾ ਹੈ, ਦੂਜੇ ਨਹੀਂ ਵਰਤਦੇ। ਤੇ ਜੋ ਚੀਜ਼ ਕੁਦਰਤੀ ਤੌਰ 'ਤੇ ਆ
ਉਹਨੂੰ ਸੰਸਾਰ ਦੇ ਸਾਰੇ ਜੀਵ ਵਰਤੇ ਹੈ। ਤੇ ਹੁਣ ਦੂਜੇ ਤਰ੍ਹਾਂ ਸਮਝ ਲਓ ਵੀ ਜਿਹਨੂੰ ਕੇਵਲ ਇਨਸਾਨ ਵਰਤ ਰਿਹਾ ਉਹ ਇਨਸਾਨ ਦੇ ਦਿਮਾਗ ਵਿੱਚੋਂ, ਮਨੁੱਖ ਦੇ ਦਿਮਾਗ ਵਿੱਚੋਂ ਹੀ ਪੈਦਾ ਹੋਈ ਆ। ਬਸ ਇੱਥੇ ਸਮਝ ਲਿਓ, ਬੁਰਾਈ ਤੇ ਭਲਾਈ, ਇਹ ਬਿਰਤੀ ਜਿਹੜੀ ਹੈ, ਬੁਰੀ ਬਿਰਤੀ ਤੇ ਚੰਗੀ ਬਿਰਤੀ, ਇਹ ਪਸ਼ੂਆਂ ਦੇ ਜੀਵਨ ਵਿੱਚ ਨਹੀਂ ਆ, ਜਾਨਵਰਾਂ ਦੇ ਜੀਵਨ ਵਿੱਚ ਨਹੀਂ ਆ, ਕਿਸੇ ਹੋਰ ਚੀਜ਼ ਦੇ ਵਿੱਚ ਨਹੀਂ ਆ। ਇਹ ਬੁਰਾ ਤੇ ਭਲਾ ਦੀ ਜਿਹੜੀ ਥਿਊਰੀ ਆ, ਜਿਹੜੀ ਵਿਚਾਰ ਹੈ, ਇਹ ਕੇਵਲ ਇਨਸਾਨ ਦੀ ਆ ਤੇ ਇਹ ਕੁਦਰਤੀ ਨਹੀਂ ਹੋਈ, ਇਹ ਕੇਵਲ ਇਨਸਾਨ ਨੇ ਆਪਣੇ ਦਿਮਾਗ ਵਿੱਚੋਂ ਹੀ ਪੈਦਾ ਕੀਤੀ ਹੈ। ਇਹ ਬੁਰੇ ਤੇ ਭਲੇ ਦੇ ਨਾਲ ਹੀ ਪਾਪ ਤੇ ਪੁੰਨ ਜੜਿਆ ਹੈ। ਤੇ ਪਾਪ ਤੇ ਪੁੰਨ, ਕਿਉਂਕਿ ਬੁਰਾ ਕੀਤਾ ਤਾਂ ਪਾਪ ਹੈ, ਭਲਾ ਕੀਤਾ ਤਾਂ ਪੁੰਨ ਹੈ। ਤੇ ਬੁਰਾ ਤੇ ਭਲਾ ਕੇਵਲ ਇਨਸਾਨ ਨੇ ਹੀ ਮੰਨਿਆ, ਕਿਸੇ ਜਾਨਵਰ ਨੇ ਨਹੀਂ। ਉਹਦੇ ਲਈ ਪਾਪ ਤੇ ਪੁੰਨ ਤੇ ਬੁਰਾ ਤੇ ਭਲਾ ਨਹੀਂ ਹੈ। ਚੰਗਾ ਤੇ ਮਾੜਾ ਜੋ ਕੁਝ ਵੀ ਹੈ ਉਹ ਇਨਸਾਨੀ ਦਿਮਾਗ ਦੀ ਪੈਦਾਇਸ਼ ਹੈ। ਇਸ ਤਰ੍ਹਾਂ ਹੀ ਸਾਡੇ ਅੰਦਰ, ਇਨਸਾਨ ਦੇ ਅੰਦਰ ਦੋ ਬਿਰਤੀਆਂ ਨੇ, ਇੱਕ ਬੁਰਾਈ ਤੇ ਇੱਕ ਭਲਾਈ ਦੀ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਇੱਕ ਜਗ੍ਹਾ ਤੇ ਬੁਰਾਈ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ ਵਿਚਾਰ ਕੀਤੀ ਹੈ ਕਿ ਇੱਦਾਂ ਭਲੇ ਬਣੀਦਾ ਹੈ। ਜਿਵੇਂ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਇੱਥੇ ਗੱਲ ਕੀਤੀ ਗਈ ਆ ਮਾਇਆ ਦੇ ਵਿੱਚ, ਭਰਮ ਦੇ ਵਿੱਚ ਪਏ ਹੋਏ ਇਨਸਾਨ ਦੀ, ਤੇ ਕਿਵੇਂ ਉਹ ਇਨਸਾਨ ਭਰਮ ਦੇ ਵਿੱਚ ਪਿਆ। ਤੇ ਦੂਜੀ ਪੰਕਤੀ, ਜਿਹੜਾ ਦੂਜਾ ਰਹਾਉ ਦਾ ਬੰਦਾ ਅੰਤ ਦੇ ਵਿੱਚ, ਉਹ ਕਿਹਾ ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਯਾਨੀ ਇਹ ਚੰਗਾ ਇਨਸਾਨ ਇਹ ਤਰੀਕਾ ਹੈ ਜਿਹਦੇ ਨਾਲ ਬੰਦਾ ਰੋਜ਼ ਰੋਜ਼ ਨਹੀਂ ਮਰਦਾ, ਹੁਕਮ ਨੂੰ ਪਛਾਣਦਾ ਹੈ, ਸਮਝਦਾ ਹੈ, ਖਸਮ ਨੂੰ ਮਿਲਦਾ ਹੈ। ਯਾਨੀ ਇੱਥੇ ਚੰਗੀ ਗੱਲ ਹੈ, ਉੱਥੇ ਮਾੜੀ ਗੱਲ ਹੈ। ਇਹ ਦੋਵੇਂ ਬਿਰਤੀਆਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈ ਤੇ ਇਨਸਾਨ ਨੇ ਹੀ ਬਣਾਈਆਂ। ਇਸ ਲਈ ਇਹਨਾਂ ਨੂੰ ਇਹ ਨਹੀਂ ਸਮਝ ਸਕਦੇ, ਕਹਿ ਸਕਦੇ ਅਸੀਂ ਕਿ ਕੋਈ ਵੱਖ ਰੱਬ ਬੈਠਾ, ਕੋਈ ਰੱਬ ਬੈਠਾ, ਪ੍ਰਮਾਤਮਾ ਬੈਠਾ ਜਿਹਨੇ ਕਹਿਤਾ ਕਿ ਇੱਦਾਂ ਤੂੰ ਚੰਗਾ ਹੋਏਗਾ ਤੇ ਇੱਦਾਂ ਤੂੰ ਮਾੜਾ ਹੋਏਗਾ। ਨਹੀਂ, ਇਹ ਬੰਦੇ ਦੀ ਜ਼ਿੰਦਗੀ 'ਚ ਬੰਦੇ ਨੇ ਬਣਾਇਆ ਤੇ ਇਹਦੇ ਵਿੱਚੋਂ ਵੀ ਇਹ ਦੱਸਿਆ ਕਿ ਤੂੰ ਹੀ ਹੈ ਜਿਹੜਾ ਚੰਗਾ ਇੱਦਾਂ ਬਣ ਸਕਦਾ ਹੈ ਤੇ ਮਾੜਾ ਇੱਦਾਂ ਬਣ ਸਕਦਾ ਹੈ। ਅੱਗੇ ਆਪਾਂ ਹੋਰ ਸਮਝਦੇ ਹਾਂ। ਪਹਿਲੀ ਪੰਕਤੀ ਦੇ ਵਿੱਚ ਕਬੀਰ ਜੀ ਕਹਿਣ ਲੱਗੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਜਨਨੀ ਦਾ ਅਰਥ ਹੈ ਮਾਂ। ਮਾਂ ਸਮਝਦੀ ਹੈ ਕਿ ਪੁੱਤਰ ਜਿਹੜਾ ਮੇਰਾ ਉਹ ਦਿਨੋਂ ਦਿਨ ਵੱਡਾ ਹੋ ਰਿਹਾ। ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਅਕਸਰ ਆਪਾਂ ਦੇਖਦੇ ਹਾਂ ਅਵਧ ਦਾ ਅਰਥ ਹੁੰਦਾ ਅਵਧੀ, ਯਾਨੀ ਸਮਾਂ, ਇਹਨੂੰ ਉਮਰ ਵੀ ਕਿਹਾ ਜਾਂਦਾ ਹੈ। ਯਾਨੀ ਇਹ ਨਹੀਂ ਮਾਂ ਜਾਣਦੀ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਦਿਨੋਂ ਦਿਨ ਉਹਦੇ ਸਮਾਂ ਜਿਹੜਾ ਉਹ ਘਟਦਾ ਜਾਂਦਾ ਹੈ, ਸਾਲ ਬਰ ਸਾਲ ਵਧੀ ਤਾਂ ਜਾਂਦਾ, ਵੱਡਾ ਤਾਂ ਹੋ ਰਿਹਾ, ਪਰ ਨਾਲ ਦੀ ਨਾਲ ਉਹਦਾ ਜਿਹੜਾ ਅੱਗੇ ਦਾ ਟਾਈਮ ਹੈ ਉਹ ਘਟਦੇ ਹੈ, ਕਿਉਂਕਿ ਕਿੰਨਾ ਸਮਾਂ ਉਹ ਗਵਾ ਚੁੱਕਿਆ ਪਹਿਲਾਂ। ਤੇ ਮਾਂ ਇਸ ਗੱਲ ਨੂੰ ਨਹੀਂ ਸਮਝਦੀ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਕਹਿਣ ਲੱਗੇ ਮੇਰਾ ਮੇਰਾ ਕਹਿ ਕੇ ਹੋਰ ਬਹੁਤ ਜ਼ਿਆਦਾ ਲਾਡ ਪਿਆਰ ਕਰਦੀ ਆ, ਪਰ ਇਹ ਸਭ ਵੇਖ ਕੇ ਜਮਰਾਓ ਜਿਹੜਾ ਹੈ, ਮੌਤ ਜਿਹੜੀ ਆ ਉਹ ਹੱਸਦੀ ਹੈ। ਯਾਨੀ ਇਹ ਇੱਕ ਅਲੰਕਾਰ ਹੈ, ਕਾਵ ਰਚਨਾ ਦੇ ਇੱਕ ਅਲੰਕਾਰ ਹੁੰਦੇ ਆ। ਹੁਣ ਇੱਥੇ ਜਮਰਾਓ ਦਾ ਅਰਥ ਇਹ ਨਹੀਂ ਹੈ ਕੋਈ ਇੱਦਾਂ ਦਾ ਵੱਡੇ ਸਿੰਘਾਂ ਵਾਲਾ ਕੋਈ ਜਮਰਾਜ ਬੈਠਾ ਹੋਵੇਗਾ ਜਿਹੜਾ ਵੇਖ ਵੇਖ ਕੇ ਵੱਡੇ ਵੱਡੇ ਉਹਦੇ ਦੰਦ ਹੋਣਗੇ, ਜਿਵੇਂ ਟੀਵੀ ਦੇ ਵਿੱਚ ਦਿਖਾਇਆ ਜਾਂਦਾ, ਜਾਂ ਲੋਕਾਂ ਦੀ ਕਲਪਨਾ, ਇੱਦਾਂ ਦਾ ਕੁਛ ਹੋਵੇਗਾ। ਨਹੀਂ, ਜਮਰਾਓ ਦਾ ਮਤਲਬ ਕੀ ਹੈ, ਇੱਥੇ ਲਈਏ ਮੌਤ। ਹੁਣ ਮੌਤ ਵੀ ਕੋਈ ਚੀਜ਼ ਨਹੀਂ ਹੈ। ਆਪਾਂ ਕਹਾਂਗੇ ਮੌਤ ਕੀ ਹੈ ਜਿਹੜੀ ਹੱਸ ਰਹੀ ਹੋਏਗੀ। ਮੌਤ ਇੱਦਾਂ ਸਿਰਫ ਇੱਕ ਅਲੰਕਾਰ ਹੈ ਜਾਂ ਲੋਕਾਂ ਦੀ ਬੋਲੀ ਦੀ ਇੱਕ ਗੱਲ ਹੈ, ਇੱਕ ਥਿਊਰੀ ਹੈ ਇੱਦਾਂ ਦੀ ਮੰਨੀ ਜਾਂਦੀ ਕਿ ਇੱਦਾਂ ਮੌਤ ਹੱਸਦੀ ਹੈ। ਹਾਲਾਂਕਿ ਇੱਦਾਂ ਦੀ ਕੋਈ ਨਹੀਂ ਹੁੰਦੀ ਮੌਤ ਜਿਹੜੀ ਹੱਸ ਰਹੀ ਹੋਵੇ ਜਾਂ ਜਮਰਾਓ ਹੱਸਦਾ ਹੋਵੇ। ਇੱਕ ਕਹਿਣ ਦੇ ਲਈ ਆਉਂਦਾ, ਇਹ ਇੱਕ ਸਮਝਾਉਣ ਦੇ ਲਈ ਗੱਲ ਵਰਤੀ ਜਾਂਦੀ ਹੈ ਕਿ ਦੇਖ ਬੰਦਿਆ, ਤੂੰ ਆਪਣੀ ਸਮਝਦਾ ਕਿ ਵੱਡਾ ਹੋ ਰਿਹਾ, ਅਸਲ ਦੇ ਵਿੱਚ ਤੈਨੂੰ ਮੌਤ ਵੇਖ ਵੇਖ ਕੇ ਹੱਸ ਰਹੀ। ਯਾਨੀ ਹੌਲੀ ਹੌਲੀ ਬੰਦਾ, ਕਿਉਂਕਿ ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਹੌਲੀ ਹੌਲੀ ਆਪਣੇ ਖਾਤਮੇ ਵੱਲ ਵੱਧ ਰਹੀ ਹੈ, ਆਪਣੇ ਅੰਤ ਵੱਲ ਵੱਧ ਰਹੀ ਹੈ। ਜਿਹੜੀ ਚੀਜ਼ ਪੈਦਾ ਹੋਈ ਹੈ, ਜੋ ਉਪਜਿਓ ਸੋ ਬਿਨਸ ਹੈ ਪਰਵਾਜ ਕੇ ਕਾਲ। ਪੈਦਾ ਹੋਣ ਤੋਂ ਬਾਅਦ ਹਰ ਇੱਕ ਚੀਜ਼ ਖਾਤਮੇ ਵੱਲ ਨੂੰ ਵੱਧਦੀ, ਕਿਉਂਕਿ ਉਦੋਂ ਬਾਅਦ ਉਹਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ, ਕੋਈ ਪਹਿਲਾਂ ਤੇ ਕੋਈ ਬਾਅਦ ਵਿੱਚ ਖਤਮ ਹੋ ਰਿਹਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਅੱਗੇ ਕਹਿੰਦੇ ਕਿ ਤੂੰ ਜਗ ਨੂੰ ਭਰਮ ਵਿੱਚ ਲਾ ਦਿੱਤਾ।
ਐਸਾ ਤੈਂ। ਹੁਣ ਤੈਂ ਸ਼ਬਦ ਜਦੋਂ ਆਉਂਦਾ ਹੈ ਉਦੋਂ ਸਾਡੇ ਲੋਕਾਂ ਦੇ ਵਿਚਕਾਰ ਜਿਹੜੀ ਕਥਾ ਅੱਜ ਤੱਕ ਕੀਤੀ ਗਈ, ਜੋ ਫੈਲਾਈ ਗਈ ਕਿ ਰੱਬ ਨੇ ਹੀ, ਤੈਂ ਦਾ ਅਰਥ ਹੈ ਪ੍ਰਮਾਤਮਾ, ਕੋਈ ਰੱਬ ਜਿਹੜਾ ਦੁਨੀਆ ਤੋਂ ਵੱਖ ਬੈਠਾ, ਜਿਹਨੇ ਸੰਸਾਰ ਬਣਾਇਆ, ਉਹਨੇ ਹੀ ਜੱਗ ਨੂੰ ਭਰਮ ਵਿੱਚ ਲਾ ਦਿੱਤਾ ਹੈ। ਕੈਸੇ ਬੁੱਝੈ ਜਬ ਮੋਹਿਆ ਹੈ ਮਾਇਆ। ਜਦੋਂ ਰੱਬ ਨੇ ਹੀ ਮਾਇਆ ਦੇ ਵਿੱਚ ਪਾ ਕੇ ਇਹਨੂੰ ਮੋਹ ਲਿਆ ਹੈ, ਮਾਇਆ ਨੇ ਮੋਹ ਲਿਆ ਹੈ, ਮਾਇਆ ਵੀ ਰੱਬ ਨੇ ਪੈਦਾ ਕੀਤੀ ਹੈ, ਫਿਰ ਬੰਦਾ ਕਿਵੇਂ ਬੁੱਝ ਸਕਦਾ? ਹੁਣ ਜੇ ਹਕੀਕਤ ਵਿੱਚ ਇਹ ਹੋਵੇ, ਇਹਦਾ ਮਤਲਬ ਤਾਂ ਇਹ ਆ ਕਿ ਹੁਣ ਬੰਦੇ ਦੇ ਹੱਥ ਵਿੱਚ ਤਾਂ ਕੁਝ ਰਹਿ ਹੀ ਨਹੀਂ, ਸਾਰਾ ਦੋਸ਼ ਪਰਮਾਤਮਾ ਦਾ ਹੀ ਹੋ ਗਿਆ, ਸਾਰਾ ਦੋਸ਼ ਹੀ ਪਰਮਾਤਮਾ ਦਾ ਹੋ ਗਿਆ। ਪਰ ਜੇ ਇੱਦਾਂ ਹੁੰਦਾ ਕਿ ਸਾਰਾ ਕੁਝ ਕਰਦਾ ਕੀਤਾ ਹੀ ਪਰਮਾਤਮਾ ਨੇ ਹੈ, ਮਾਇਆ ਉਹਨੇ ਬਣਾਈ ਹੈ, ਫਿਰ ਬੰਦੇ ਦਾ ਕਸੂਰ ਤਾਂ ਕੋਈ ਹੈ ਹੀ ਨਹੀਂ, ਫਿਰ ਤੇ ਸਾਰਾ ਹੀ ਉਸ ਰੱਬ ਦਾ ਕਸੂਰ ਹੋ ਗਿਆ ਜਿਹਨੇ ਇਹ ਸੰਸਾਰ ਬਣਾਇਆ। ਉਹਨੇ ਨਾਲ ਮਾਇਆ ਬਣਾਈ ਤੇ ਉਹਨੇ ਮੋਹ ਲਿਆ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁੱਝੈ ਜਬ ਮੋਹਿਆ ਹੈ ਮਾਇਆ। ਪਰ ਅੱਗੇ ਜਾ ਕੇ ਜਦੋਂ ਦੂਜੇ ਰਹਾਉ ਦੇ ਵਿੱਚ ਕਹਿੰਦੇ ਆ, ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਫਿਰ ਇੱਥੇ ਕਿਹਦੀ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ? ਕਿਹਨੂੰ ਕਿਹਾ ਜਾ ਰਿਹਾ ਕਿ ਇਸ ਤਰੀਕੇ ਨਾਲ ਤੂੰ ਬਚ ਸਕਦਾ ਹੈ? ਜੇ ਰੱਬ ਨੇ ਕੀਤਾ, ਜੇ ਰੱਬ ਨੇ ਐਸਾ ਕੋਈ ਮੋਹ ਲਾ ਦਿੱਤਾ ਹੈ, ਫਿਰ ਤਾਂ ਕੋਈ ਤਰੀਕਾ ਹੈ ਹੀ ਨਹੀਂ ਕਿ ਰੱਬ ਦੀ ਗੱਲ ਨੂੰ ਕੋਈ ਮੋੜ ਸਕੇ। ਨਹੀਂ, ਅਸਲ ਦੇ ਵਿੱਚ ਮੈਂ ਪਹਿਲਾਂ ਦੱਸਿਆ ਸੀ ਕਿ ਸਾਡੇ ਅੰਦਰ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ। ਇੱਕ ਮਾੜੀ ਬਿਰਤੀ ਹੈ, ਇੱਕ ਚੰਗੀ ਬਿਰਤੀ ਹੈ। ਦੋਵੇਂ ਬਿਰਤੀਆਂ ਸਾਡੇ ਦਿਮਾਗ ਨੇ ਹੀ ਪੈਦਾ ਕੀਤੀਆਂ, ਕਿਉਂਕਿ ਮਾੜੀ ਤੇ ਚੰਗੀ ਬਿਰਤੀ, ਮਾੜਾ ਅਕਸ਼ ਤੇ ਚੰਗਾ ਅਕਸ਼, ਇਹ ਹੋਰ ਕਿਸੇ ਜੀਵ ਦੇ ਹਿੱਸੇ ਨਹੀਂ ਆਇਆ। ਬੰਦੇ ਦੇ ਦਿਮਾਗ ਵਰਤ ਕੇ ਆਪ ਹੀ ਇਹ ਮੰਨਣ ਲੱਗ ਪਏ, ਇਹਦੀ ਮਨੌਤ ਬਣ ਗਈ, ਇਹਦੀ ਕਲਪਨਾ ਇੱਦਾਂ ਬਣ ਗਈ ਕਿ ਆਹ ਮਾੜਾ ਤੇ ਆਹ ਚੰਗਾ। ਹੌਲੀ ਹੌਲੀ ਇਹ ਬਹੁਤ ਵੱਡੀ ਵਿਚਾਰ ਇੱਕ ਬਣ ਗਈ। ਜਦੋਂ ਇਹ ਦੋਵੇਂ ਚੀਜ਼ਾਂ ਇਹਦੇ ਦਿਮਾਗ ਨੇ ਬਣਾ ਲਈਆਂ ਤੇ ਉੱਥੇ ਫਿਰ ਕੀ ਹੈ, ਇਹਦੇ ਦੋ ਚਿੱਤਰ ਹੈ ਇਹਦੇ ਸਾਹਮਣੇ। ਇੱਦਾਂ ਸਮਝ ਲਈਏ ਆਪਾਂ ਕਿ ਇਹਦੇ ਸਾਹਮਣੇ ਦੋ ਤਸਵੀਰਾਂ ਨੇ। ਅਕਸਰ ਤੁਸੀਂ ਟੀਵੀ ਦੇ ਵਿੱਚ, ਕਈ ਵਾਰੀ ਫਿਲਮਾਂ ਦੇ ਵਿੱਚ ਦਿਖਾਇਆ ਹੁੰਦਾ, ਇੱਕ ਇਨਸਾਨ ਆਪਣੇ ਵਰਗੇ ਹੀ ਕਿਸੇ ਦੂਜੇ ਬੰਦੇ ਨਾਲ ਗੱਲ ਕਰ ਰਿਹਾ ਹੁੰਦਾ। ਉਹ ਕੈਮਰੇ ਨਾਲ ਬਣਾ ਦਿੱਤੀਆਂ ਜਾਂਦੀਆਂ ਕਿ ਆਪਣੇ ਹੀ ਅੱਗੇ ਇੱਕ ਸ਼ੀਸ਼ਾ ਹੁੰਦਾ ਤੇ ਸ਼ੀਸ਼ੇ ਵਿੱਚ ਆਪਣੀ ਪਰਛਾਈ ਨਾਲ ਗੱਲ ਕਰ ਰਿਹਾ ਹੁੰਦਾ, ਜਾਂ ਉਹਦੇ ਸਾਹਮਣੇ ਇੱਕ ਹੋਰ ਬੰਦਾ ਆ ਕੇ ਖੜ ਜਾਂਦਾ, ਉਹਦੇ ਨਾਲ ਗੱਲ ਕਰ ਰਿਹਾ ਹੁੰਦਾ। ਤੇ ਕਈ ਫਿਲਮਾਂ ਦੇ ਵਿੱਚ ਉਹ ਅੱਗੇ ਦੋ ਬੰਦੇ ਖੜਾ ਦਿੰਦੇ ਹੁੰਦੇ। ਇੱਕ ਮੈਂ ਪਿਕਚਰ ਵੇਖੀ ਸੀ ਸਾਊਥ ਦੀ, ਤੇ ਉਹ ਇੱਕ ਉਹਦੇ ਸੱਜੇ ਮੋਢੇ ਤੇ ਬੈਠਾ ਹੈ ਤੇ ਇੱਕ ਉਹਦੇ ਖੱਬੇ ਮੋਢੇ ਤੇ ਬੈਠਾ ਹੈ, ਦੋਵੇਂ ਉਸੇ ਨਾਲ ਦੇ ਹੀ ਬੰਦੇ ਛੋਟੇ ਛੋਟੇ ਮੋਢਿਆਂ ਤੇ ਬਿਠਾਤੇ। ਯਾਨੀ ਕਿ ਦੋ ਬਿਰਤੀਆਂ ਤੇਰੀਆਂ ਆਪਦੀਆਂ ਹੀ ਹੈ, ਇੱਕ ਤੂੰ ਹੋ ਜਾ, ਇੱਕ ਪਾਸੇ ਮਾੜੀ ਬਿਰਤੀ, ਇੱਕ ਪਾਸੇ ਚੰਗੀ ਬਿਰਤੀ ਆ। ਉਹ ਦੋਵੇਂ ਬਿਰਤੀਆਂ ਤੇਰੇ ਹੀ ਦਿਮਾਗ ਨੇ ਤੇਰੇ ਕੋਲੇ ਰੱਖੀਆਂ। ਹੁਣ ਜਦੋਂ ਕੋਈ ਬੰਦਾ ਆਪਣੀਆਂ ਦੋ ਬਿਰਤੀਆਂ ਨਾਲ ਗੱਲ ਕਰਦਾ ਹੈ ਤੇ ਉਦੋਂ ਇੱਦਾਂ ਕਹਿੰਦਾ ਕਿ ਐਸਾ ਤੈਂ ਜੱਗ ਭਰਮ ਲਾਇਆ, ਯਾਨੀ ਜੱਗ ਦੇ ਵਿੱਚ, ਸੰਸਾਰ ਦੇ ਵਿੱਚ ਐਸਾ ਭਰਮ ਫੈਲ ਚੁੱਕਿਆ ਹੈ। ਇੱਕ ਮਾੜੀ ਬਿਰਤੀ ਹੈ ਜਿਹੜੀ, ਉਹਨੇ ਹੀ ਇਹ ਭਰਮ ਲਾ ਦਿੱਤਾ ਹੈ, ਜਿਹੜੀ ਇਨਸਾਨ ਦੇ ਵਿੱਚ ਹੀ ਮਾੜੀ ਬਿਰਤੀ ਹੈ, ਜਿਹੜੇ ਬੰਦੇ ਦੇ ਜੀਵਨ ਦੇ ਵਿੱਚ ਭਰਮ ਫੈਲ ਗਿਆ। ਹੁਣ ਭਰਮ ਇਨਸਾਨ ਨੇ ਹੀ ਆਪਣੇ ਲਈ ਆਪ ਹੀ ਬਣਾਇਆ। ਜੇ ਇਨਸਾਨ ਨੇ ਗਿਆਨ ਬਣਾਇਆ ਹੈ, ਕਿਉਂਕਿ ਗਿਆਨ ਜਿਹੜਾ ਸਰਦ ਸਾਰਾ ਬੰਦੇ ਦੇ ਦਿਮਾਗ ਵਿੱਚੋਂ ਪੈਦਾ ਹੋਇਆ, ਜੇ ਇਨਸਾਨ ਨੇ ਹੀ ਗਿਆਨ ਬਣਾਇਆ ਤਾਂ ਇਹ ਵੀ ਸਮਝ ਲਈਏ ਕਿ ਭਰਮ ਵੀ ਬੰਦੇ ਨੇ ਹੀ ਬਣਾਇਆ। ਪਸ਼ੂ ਦੀ ਜ਼ਿੰਦਗੀ ਵਿੱਚ ਕੋਈ ਭਰਮ ਹੁੰਦਾ ਹੀ ਨਹੀਂ, ਇਨਸਾਨ ਦੀ ਜ਼ਿੰਦਗੀ ਵਿੱਚ ਹੀ ਭਰਮ ਹੁੰਦਾ ਹੈ। ਤੇ ਜੇ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦਾ ਤੇ ਬੰਦੇ ਦੇ ਹੀ ਇੱਕ ਥੋਟ ਨੇ, ਇੱਕ ਵਿਚਾਰ ਨੇ ਇੱਕ ਭਰਮ ਪੈਦਾ ਕਰ ਲਿਆ। ਉਹ ਭਰਮ ਵਾਲੀ ਬਿਰਤੀ ਹੈ ਜਿਹੜੀ ਉਹਨੂੰ ਭਰਮਾਂ ਵਿੱਚ ਪਾਈ ਰੱਖਦੀ ਹੈ, ਤੇ ਇੱਕ ਪਾਸੇ ਗਿਆਨ ਵਾਲੀ ਬਿਰਤੀ ਹੈ ਜਿਹੜੀ ਉਹਨੂੰ ਭਰਮਾਂ ਵਿੱਚੋਂ ਕੱਢਣ ਵਾਲੀ ਹੁੰਦੀ ਹੈ। ਹੁਣ ਜਦੋਂ ਤਾਂ ਬੰਦਾ ਭਰਮਾਂ ਵਾਲੀ ਬਿਰਤੀ ਤੋਂ ਪ੍ਰਭਾਵਿਤ ਹੋਣ ਲੱਗ ਜਾਂਦਾ, ਉਦੋਂ ਹੋਰ ਭਰਮ ਵਿੱਚ ਜਾਂਦਾ, ਤੇ ਜਦੋਂ ਬੰਦਾ ਗਿਆਨ ਵਾਲੇ ਪਾਸੇ ਨੂੰ, ਅਕਲ ਵਾਲੇ ਪਾਸੇ ਨੂੰ, ਸਮਝ ਵਾਲੇ ਪਾਸੇ ਨੂੰ ਚੱਲ ਪੈਂਦਾ, ਉਦੋਂ ਹੋਰ ਵੀ ਜ਼ਿਆਦਾ ਉਹ ਭਰਮਾਂ ਵਿੱਚੋਂ ਨਿਕਲ ਕੇ ਸੱਚ ਦੇ ਨੇੜੇ ਹੁੰਦਾ ਜਾਂਦਾ। ਹੁਣ ਇਹ ਬੰਦੇ ਦੇ ਹੱਥ ਵਿੱਚ ਹੀ ਹੈ ਕਿ ਉਹ ਭਰਮ ਵਾਲੇ ਪਾਸੇ ਜਾ ਕੇ ਹੋਰ ਭਰਮ ਵਿੱਚ ਪੈਣਾ, ਜਾਂ ਗਿਆਨ ਵਾਲੇ ਪਾਸੇ ਜਾ ਕੇ ਹੋਰ ਪਾਸੇ ਜਾਣਾ। ਇਸ ਲਈ ਗੁਰਬਾਣੀ ਦੇ ਵਿੱਚ ਅਲੰਕਾਰਾਂ ਦੇ ਰੂਪ ਵਿੱਚ ਕਈ ਵਾਰੀ ਇੱਦਾਂ ਦੇ ਸ਼ਬਦ ਵਰਤੇ ਆ ਕਿ ਜਿੱਦਾਂ ਲੱਗੂ ਉਹ ਕਿਸੇ ਹੋਰ ਨਾਲ ਗੱਲ ਕੀਤੀ ਜਾ ਰਹੀ ਹੈ, ਤੂੰ ਕਹਿ ਕੇ, ਤੈਨੂੰ ਕਹਿ ਕੇ। ਉਹ ਤੈਨੂੰ ਤੇ ਤੂੰ ਬੰਦੇ ਦੇ ਹੀ ਇੱਕ ਅਕਸ਼ ਹੈ ਜਿਹੜਾ ਸਾਹਮਣੇ, ਉਹਨੂੰ ਤੂੰ ਤੇ ਤੈਂ ਕਹਿ ਕੇ ਗੁਰੂ ਸਾਹਿਬ ਨੇ ਸੰਬੋਧਨ ਕੀਤਾ, ਪਾਤਸ਼ਾਹ ਨੇ ਸੰਬੋਧਨ ਕੀਤਾ ਹੈ। ਇਸੇ ਤਰ੍ਹਾਂ ਇੱਥੇ ਵੀ
ਤੈਂ ਸ਼ਬਦ ਜਿਹੜਾ ਆਇਆ ਇਹ ਬੰਦੇ ਦੀ ਇੱਕ ਮਾੜੀ ਬਿਰਤੀ ਦੇ ਪਾਸੇ ਆ ਗਿਆ, ਜਿਹੜਾ ਇਹਨੂੰ ਮਾੜੇ ਪਾਸੇ ਲਾ ਰਿਹਾ। ਉਹ ਬਿਰਤੀ ਜਿਹੜੀ ਸਾਰੇ ਸੰਸਾਰ ਦੇ ਬੰਦਿਆਂ ਦੇ ਵਿੱਚ ਫੈਲੀ ਹੋਈ ਹੈ। ਐਸਾ ਤੈਂ ਜਗ ਭਰਮ ਲਾਇਆ। ਭਰਮ ਵਾਲੀ ਬਿਰਤੀ ਵੀ ਇਹ ਹਰ ਇੱਕ ਇਨਸਾਨ ਦੇ ਵਿੱਚ ਹੈ ਤੇ ਉਹਦੇ ਨਾਲ ਹੀ ਇਹ ਸਾਰਾ ਜੱਗ ਜਿਹੜਾ ਭਰਮ ਵਿੱਚ ਲੱਗਿਆ ਹੋਇਆ। ਕੈਸੇ ਬੁੱਝੈ ਜਬ ਮੋਹਿਆ ਹੈ ਮਾਇਆ। ਉਹ ਭਰਮ ਵਾਲੀ ਬਿਰਤੀ ਦੇ ਵਿੱਚ ਮਾਇਆ ਹੈ। ਹੁਣ ਦੇਖੋ, ਹੁਣ ਮਾਇਆ ਇੱਕ ਇਨਸਾਨ ਦੇ ਲਈ ਇੱਕ ਚੀਜ਼ ਮਾਇਆ ਹੁੰਦੀ ਆ ਤੇ ਦੂਜੇ ਦੇ ਲਈ ਉਹ ਸਫਲਤਾ ਦੀ ਕੁੰਜੀ ਹੋ ਜਾਂਦੀ ਆ। ਇੱਕੋ ਹੀ ਚੀਜ਼ ਬੰਦੇ ਦੇ ਲਈ ਇੱਕ ਵਾਰੀ ਮਾਇਆ ਹੁੰਦੀ ਆ ਤੇ ਦੂਜੇ ਵਾਰੀ ਉਹੀ ਗਿਆਨ ਦਾ ਰੂਪ ਹੋ ਜਾਂਦੀ ਹੈ। ਹੁਣ ਮਾਇਆ ਵੀ ਤਾਂ ਬੰਦੇ ਨੇ ਹਰ ਵਕਤ ਹਰ ਚੀਜ਼ ਨੂੰ ਬਣਾਇਆ ਹੋਇਆ। ਜਿਹੜੀ ਚੀਜ਼ ਇਹਨੂੰ ਗਿਆਨ ਲਈ ਮਿਲੀ ਸੀ ਉਸੇ ਨੂੰ ਇਹਨੇ ਭਰਮ ਬਣਾ ਲਿਆ, ਮਾਇਆ ਬਣਾ ਲਿਆ, ਤੇ ਜਦੋਂ ਸਮਝ ਆ ਗਈ, ਅਕਲ ਆ ਗਈ, ਉਸੇ ਚੀਜ਼ ਨੂੰ ਫਿਰ ਦੂਜੇ ਲੋਟ ਵਰਤਣ ਲੱਗ ਪਿਆ। ਜਿਵੇਂ ਹੁਣ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬਾਣੀ ਆ ਉਹ ਕਾਹਦੇ ਲਈ ਆ? ਭਰਮ ਵਿੱਚੋਂ ਕੱਢਣ ਦੇ ਲਈ, ਜਾਲਾਂ ਵਿੱਚੋਂ ਕੱਢਣ ਦੇ ਲਈ, ਮਾਇਆ ਵਿੱਚੋਂ ਕੱਢਣ ਦੇ ਲਈ। ਪਰ ਬਹੁਤ ਲੋਕ ਉਹ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਮਨ ਵਿੱਚ ਭਰਮ ਬਣਾ ਲਿਆ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਭਰਮ ਦੀ ਦੁਨੀਆ ਦੇ ਵਿੱਚ ਹੀ ਪੂਜੀ ਜਾਂਦੇ ਆ। ਇਹ ਸਮਝਦੇ ਆ, ਹੁਣ ਇੱਕੋ ਹੀ ਬੰਦੇ ਆ ਗੁਰਬਾਣੀ ਉਹ ਵੀ ਪੜ੍ਹਦੇ ਆ ਜਿਹੜੇ ਕਹਿੰਦੇ ਆ ਕਿ ਗੁਰਬਾਣੀ ਗਿਆਨ ਲੈਣ ਦਾ ਜ਼ਰੀਆ, ਕੋਈ ਇੱਦਾਂ ਦੀਆਂ ਗੱਲਾਂ ਨਹੀਂ ਹੈ ਜਿਹਦੇ ਨਾਲ ਤੁਸੀਂ ਕੋਈ ਇੱਦਾਂ ਦੀਆਂ ਸ਼ਕਤੀਆਂ ਵਰਤਾ ਦਿਓ। ਹੁਣ ਉਹੀ ਗੁਰਬਾਣੀ ਨੂੰ ਦੂਜੇ ਪੜ੍ਹਦੇ ਆ ਜਿਹੜੇ ਕਹਿੰਦੇ ਕਿ ਇਹਦੇ ਵਿੱਚ ਬੜੀਆਂ ਸ਼ਕਤੀਆਂ ਜਿਹਦੇ ਨਾਲ ਸਾਨੂੰ ਬਹੁਤ ਕੁਝ ਮਿਲਦਾ। ਪਰ ਜਦੋਂ ਕੋਈ ਸਵਾਲ ਆਉਂਦਾ ਉੱਥੇ ਫਿਰ ਹਮੇਸ਼ਾ ਆਨਾਕਾਨੀ ਕੀਤੀ ਜਾਂਦੀ ਹੈਗੀ ਹੈ। ਇੱਦਾਂ ਕਰਕੇ ਮਾਇਆ ਵੀ ਬੰਦੇ ਨੇ ਆਪ ਸਿਰਜੀ ਆ ਤੇ ਇਸ ਮਾਇਆ ਦੇ ਜਾਲ ਨੂੰ ਵੀ ਬੰਦੇ ਨੇ ਆਪ ਹੀ ਤੋੜਨਾ ਹੈ। ਕੈਸੇ ਬੁੱਝੇ, ਜਦੋਂ ਆਪ ਹੀ ਮਾਇਆ ਦੇ ਵਿੱਚ ਮੋਹਿਆ ਗਿਆ ਤੇ ਫਿਰ ਸਮਝ ਕਿਵੇਂ ਆ?